सत श्री अकाल जी। एनडीटीवी के एनआरआई पंजाब स्पेशल शो में मैं असीम शर्मा आपका वेलकम करता हूं। आज का अपना पंजाब स्पेशल शो हम न्यूज़ रूम से लाइव लेकर आए हैं। शो की शुरुआत अमेरिका से डिपोर्ट होकर आए एक पंजाबी की दर्द भरी कहानी से करेंगे, जिन्हें इंग्लैंड में बैठे एक फर्जी एजेंट ने 40 लाख रुपए का चूना लगा दिया। अमेरिका से डिपोर्ट होकर आए पंजाबियों की दर्द दास्तां की एक और कहानी फरीदकोट से सामने आई, जहां गांव बग्गियाना के रहने वाले गुरप्रीत सिंह फर्जी एजेंट्स की ठगी का शिकार हो गए। गुरप्रीत सिंह ने अपनी ज़मीन बेची, 20 लाख रुपए कर्जा लिया, रिश्तेदारों और दोस्तों से पैसे लिए और जैसे तैसे 40 लाख रुपए इकट्ठा करके एजेंट को दिए। लेकिन एजेंट ने उन्हें इटली ले जाकर पहले 4 महीने तक वहां बैठाए रखा। उसके बाद डंकी रूट पर धकेल दिया। जान पर खेलकर गुरप्रीत सिंह अमेरिका पहुंचे तो गिरफ्तार कर लिए गए और 15 दिन के अंदर ही उन्हें डिपोर्ट भी कर दिया गया। आप खुद सुनिए गुरप्रीत की कहानी उन्हीं की ज़ुबानी। थोड़ी लंबी है लेकिन इनका बयान, उनका दर्द आपको सुनाना ज़रूरी है। ਮੈਨੂੰ ਜੀ ਗਣੀ ਸੰਧੂ ਆ ਇੰਗਲੈਂਡ ਦਾ ਜੀ, ਜਲੰਧਰ ਏਰੀਏ ਦਾ। ਉਹਨਾਂ ਨੇ ਮੈਨੂੰ ਇੱਥੋਂ ਕਹਿ ਕੇ ਭੇਜਿਆ ਸੀਗਾ ਵੀ ਤੂੰ ਤੇਰਾ ਵਰਕ ਪਰਮਿਟ ਲਵਾਵਾਂਗੇ ਅਮਰੀਕਾ ਦਾ ਜੀ। ਮੇਰੀ ITI ਕੀਤੀ ਹੋਈ ਹੈ 2010 ਦੀ ਜੀ, ਪਾਸ ਆਊਟ ਆ ਮੈਂ। ਉਹ ਕਹਿੰਦੇ ਵੀ ਤੇਰਾ ITI ਦੇ ਬੇਸ 'ਤੇ ਵਰਕ ਪਰਮਿਟ ਲਾਵਾਂਗੇ, ਪਹਿਲਾਂ ਤੈਨੂੰ ਇਟਲੀ ਲੈ ਕੇ ਜਾਵਾਂਗੇ ਜੀ। ਇਟਲੀ ਤੇ ਬਾਅਦ 'ਚ ਕਹਿੰਦਾ ਤੇਰਾ ਉੱਥੋਂ ਵਰਕ ਪਰਮਿਟ ਲਵਾਵਾਂਗੇ, ਤੈਨੂੰ ਅਮਰੀਕਾ ਲੈ ਕੇ ਜਾਵਾਂਗੇ। ਕਿੰਨੇ ਟਾਈਮ ਤੱਕ ਕਿਹਾ ਸੀ ਉਹਨਾਂ ਨੇ ਤੁਹਾਨੂੰ ਉੱਥੇ ਪੱਕੇ 1 ਨੰਬਰ 'ਚ ਭੇਜਣ ਲਈ ਕਿਹਾ ਸੀ, 2 ਨੰਬਰ 'ਚ? ਇੱਕ ਨੰਬਰ 'ਚ ਵਰਕ ਪਰਮਿਟ 'ਤੇ ਭੇਜਣ ਲਈ ਕਿਹਾ ਸੀ। ਉਹ ਕਹਿੰਦੇ ਕਿ ਵਰਕ ਪਰਮਿਟ ਤੋਂ ਬਾਅਦ 'ਚ 3 ਸਾਲ ਬਾਅਦ ਤੇਰੀ PR ਪੈ ਜੂਗੀ ਉੱਥੇ। ਕਿਵੇਂ ਤੁਸੀਂ ਗਏ, ਕਿਵੇਂ ਤੁਹਾਡੇ ਪੈਸੇ ਖਰਚੇ ਗਏ? ਪੈਸੇ ਉਹਨਾਂ ਨੇ ਜੀ 40 ਲੱਖ ਰੁਪਈਆ ਲਿਆ ਜੀ। ਉਹਨਾਂ ਨੇ ਇੱਥੇ ਹੀ ਲੈ ਲਿਆ ਸੀ 40 ਲੱਖ ਰੁਪਈਆ। ਅਤੇ ਪਹਿਲਾਂ ਮੈਨੂੰ ਉਹਨਾਂ ਨੇ ਇਟਲੀ ਰੱਖਿਆ ਜੀ। ਉੱਥੇ ਕਹੀ ਗਏ ਅੱਜ ਲਵਾਉਂਦੇ ਆ ਤੇਰਾ ਗਾਂਹ ਦਾ, ਕੱਲ੍ਹ ਨੂੰ ਲਵਾਉਂਦੇ ਆ। ਉਹਨਾਂ ਨੇ 4.5 ਮਹੀਨੇ ਮੈਨੂੰ ਇਟਲੀ ਬਿਠਾਈ ਰੱਖਿਆ ਜੀ। 4.5 ਮਹੀਨੇ ਬਿਠਾਈ ਰੱਖਿਆ ਅਤੇ ਅੱਜ ਲਵਾਉਂਦੇ ਆ, ਕੱਲ੍ਹ ਨੂੰ ਲਵਾਉਂਦੇ ਆ, ਐਂ ਕਰੀ ਗਏ। ਫਿਰ ਉਹਨਾਂ ਨੇ ਜੀ ਮੈਨੂੰ, ਮੈਂ ਕਹਿਣ 'ਤੇ ਹੀ ਵਾਰੀ ਵੀ ਮੇਰਾ ਵੀ ਲਵਾਓ ਤੁਸੀਂ। ਉਹਨਾਂ ਨੇ ਫਿਰ ਮੈਨੂੰ ਥੱਲੇ ਵਾਲੀ ਕੰਟਰੀਆਂ 'ਚ ਕਹਿੰਦੇ ਵੀ ਇੱਥੋਂ ਲਵਾਉਂਦੇ ਆ ਤੇਰਾ, ਸਲਵਾਡੋਰ ਤੋਂ ਕਹਿੰਦੇ ਇੱਥੋਂ ਲਵਾ ਦਿੰਦੇ ਆ। ਫਿਰ ਉੱਥੋਂ ਉਹਨਾਂ ਨੇ ਡੌਂਕੀ ਲਵਾ ਦਿੱਤੀ ਜੀ। ਇਹ ਤੁਹਾਡੇ ਨਾਲ ਗੱਲ 1 ਨੰਬਰ ਦੀ ਹੋਈ ਸੀ? 1 ਨੰਬਰ ਦੀ ਹੋਈ ਸੀ ਜੀ। ਡੌਂਕੀ ਕਿਹੜੇ ਤਰੀਕੇ ਨਾਲ ਲਵਾਈ ਤੁਹਾਨੂੰ? ਜੰਗਲਾਂ ਰਾਹੀਂ ਲਗਾਈ ਕਿ ਕਿਸ਼ਤੀ ਰਾਹੀਂ ਲਗਾਈ? ਉਹ ਤਾਂ ਜੀ ਜੰਗਲਾਂ ਰਾਹੀਂ, ਕਿਸ਼ਤੀ ਰਾਹੀਂ, ਸਾਰੇ ਕਿਤੇ ਲੈ ਕੇ ਗਏ ਆ ਜੀ। ਕਿੰਨੇ ਪੰਜਾਬੀ ਤੁਹਾਡੇ ਨਾਲ ਹੋਰ ਵੀ ਸੀ ਕੋਈ? ਹੋਰ ਜੀ ਕਦੇ ਮਿਲ ਜਾਂਦੇ ਸੀ ਪੰਜਾਬੀ, ਕਦੇ ਨਹੀਂ, ਇਕੱਲਾ ਹੀ ਹੁੰਦਾ ਸੀਗਾ ਜੀ। ਫਿਰ ਤੁਸੀਂ ਉੱਥੇ ਅਮਰੀਕਾ ਪਹੁੰਚ ਗਏ। ਉੱਥੇ ਤੁਹਾਨੂੰ ਕਿੰਨੇ ਦਿਨ ਰਹੇ ਅਮਰੀਕਾ 'ਚ? ਉਹਨਾਂ ਨੇ ਜੀ ਮੈਨੂੰ ਮੈਕਸੀਕੋ ਹੀ 1 ਮਹੀਨਾ ਬਿਠਾਈ ਰੱਖਿਆ ਜੀ। ਅੱਛਾ। ਉਹਨਾਂ ਨੇ ਉੱਥੇ ਬਿਠਾਈ ਰੱਖਿਆ। ਕਦੇ ਫੋਨ ਦੇ ਦਿੰਦੇ ਸੀ, ਕਦੇ ਖੋਲ੍ਹ ਲੈਂਦੇ ਸੀਗੇ, ਅਤੇ ਕਦੇ 2 ਘੰਟੇ ਫੋਨ ਦੇਤਾ, ਕਦੇ 2 ਘੰਟੇ ਗਾਂਹ ਗੱਡੀ 'ਤੇ ਲੈ ਕੇ ਫਿਰ ਗਾਂਹ ਅੱਗੇ ਕਿਤੇ ਹੋਰ ਜਾ ਕੇ ਬਿਠਾਤਾ ਘਰ ਜਿਹੇ 'ਚ, ਬਾਹਰ ਨਹੀਂ ਨਿਕਲਣ ਦਿੰਦੇ ਸੀਗੇ। ਤੁਸੀਂ ਪੈਸਿਆਂ ਦਾ ਅਰੇਂਜਮੈਂਟ ਕਿਵੇਂ ਕੀਤਾ ਜਾਣ ਲੱਗੇ, ਕਿਸ ਤਰ੍ਹਾਂ? ਪੈਸੇ ਜੀ ਕੁਛ ਤਾਂ ਘਰ 'ਤੇ ਲੋਨ ਕਰਾਇਆ ਜੀ, 20 ਲੱਖ ਦਾ ਲੋਨ ਕਰਾਇਆ ਸੀ, ਅਤੇ ਬਾਕੀ ਕੁਛ ਫੜੇ ਆ ਰਿਸ਼ਤੇਦਾਰਾਂ ਤੋਂ, ਯਾਰਾਂ ਦੋਸਤਾਂ ਤੋਂ ਫੜ ਕੇ ਜੀ ਸਾਰਾ ਅਰੇਂਜਮੈਂਟ ਕੀਤਾ ਜੀ ਪੈਸੇ। ਘਰ ਦੀ ਹਾਲਤ ਕੀ ਹੈ, ਕੀ ਕਾਰੋਬਾਰ ਹੈ? ਕਾਰੋਬਾਰ ਜ਼ਮੀਨ ਹੈ ਨਹੀਂ ਜੀ ਸਾਡੇ ਕੋਲ। ਅਸੀਂ ਡੈਰੀ ਦਾ ਕੰਮ ਕਰਦੇ ਸੀਗੇ ਜੀ, ਡੈਰੀ 'ਤੇ ਹੀ ਘਰ ਚੱਲਦਾ ਸੀਗਾ ਜੀ। ਉਹ ਵੀ ਬੰਦ ਹੋ ਗਏ? ਹਾਂ, ਉਹ ਬੰਦ ਹੋ ਗਏ ਜੀ। ਕੁਛ ਉਦੋਂ ਪੈਸੇ ਇਕੱਠੇ ਕਰਨ ਮਾਰਿਆਂ ਨੇ ਕੁਛ ਪਸ਼ੂ ਵੇਚਦੇ ਸੀਗੇ ਜੀ। ਲੰਪੀ ਸਕਿਨ 'ਚ ਵੀ ਨੁਕਸਾਨ ਹੋਇਆ ਤੁਹਾਡੇ? ਹਾਂਜੀ, 5-6 ਗਾਈਆਂ ਮਰ ਗਈਆਂ ਸੀਗੀਆਂ। ਪਰਿਵਾਰ 'ਚ ਕੋਈ ਹੋਰ ਵੀ ਵਿਦੇਸ਼ 'ਚ ਹੈ? ਨਹੀਂ, ਕੋਈ ਨਹੀਂ ਗਾ ਜੀ। ਹੁਣ ਕਿਸ ਤਰੀਕੇ ਕਿਵੇਂ ਇਨਸਾਫ ਮਿਲ ਸਕਦਾ ਤੁਹਾਨੂੰ, ਕਿਵੇਂ ਕਰਨਾ ਚਾਹੀਦੀ? ਅਸੀਂ ਸਰਕਾਰ ਤੋਂ ਜੀ ਇਨਸਾਫ ਮੰਗਦੇ ਹਾਂ ਜੀ, ਵੀ ਉਹਨਾਂ 'ਤੇ ਕਾਰਵਾਈ ਕੀਤੀ ਹੈ। ਸਾਡੀ ਜਿਹੜੀ ਪੈਸੇ ਲੱਗੇ ਉਹ ਵਾਪਸ ਉਹਨਾਂ ਤੋਂ ਏਜੰਟਾਂ ਤੋਂ ਕਰਾਏ ਜਾਣ ਜੀ। ਸਭ ਤੋਂ ਸਖਤ ਜਿਹੜਾ 6 ਮਹੀਨੇ ਦੇ ਕਰੀਬ ਦਾ ਸਮਾਂ ਲੱਗਾ ਤੁਹਾਨੂੰ ਉੱਥੇ? ਉੱਥੇ ਹੀ 5.5 ਮਹੀਨੇ ਲੱਗ ਗਏ। 5.5 ਮਹੀਨੇ ਦਾ ਤੁਹਾਡਾ ਪੂਰਾ ਸਮਾਂ ਕਿਸ ਤਰੀਕੇ ਦੇ ਹਾਲਾਤ ਰਹੇ? ਔਰ ਹੁਣ ਉੱਥੋਂ ਤੁਹਾਨੂੰ ਵਾਪਸ ਭੇਜਿਆ, ਉਦੋਂ ਕਿਸ ਤਰੀਕੇ ਦੇ ਹਾਲਾਤ ਰਹੇ ਤੁਹਾਡੇ ਸਾਹਮਣੇ? ਪਹਿਲਾਂ ਜੀ ਉਹਨਾਂ ਨੇ ਉੱਥੇ ਇਟਲੀ ਜਦੋਂ ਬਿਠਾਇਆ ਜਾ ਕੇ ਜੀ, ਪਾਸਪੋਰਟ ਫੜ ਲਿਆ ਸੀ ਉਹਨਾਂ ਨੇ ਜੀ। ਕਹਿੰਦੇ ਤੇਰਾ ਵੀਜ਼ਾ ਲਵਾਉਣੇ ਆ। ਉੱਥੇ ਮੈਨੂੰ ਬਿਠਾਈ ਰੱਖਿਆ ਉਹਨਾਂ ਨੇ। ਬਸ ਰੋਜ਼ ਫੋਨ ਲਾ ਦਿੰਦੇ ਵੀ ਬਸ ਤੇਰਾ ਕੋਈ ਨਾ 1-2 ਦਿਨਾਂ 'ਚ ਵੀਜ਼ਾ ਲਵਾ ਦਿੰਦੇ ਆ, ਵੀ ਤੇਰੇ ਪੇਪਰ ਭੇਜੇ ਹੋਏ ਆ ਐਮਬੈਸੀ 'ਚ, ਐਂ ਕਹੀ ਗਏ ਜੀ। ਅਤੇ ਜਦੋਂ ਹੁਣ ਵਾਪਸ ਲੈ ਕੇ ਆਏ ਜੀ, ਹੱਥ ਕੜੀਆਂ ਲਾ ਕੇ ਲੈ ਕੇ ਆਏ, ਪੈਰਾਂ ਨੂੰ, ਹੱਥਾਂ ਨੂੰ ਅਤੇ ਢਿੱਡ ਨੂੰ ਵੀ ਸੰਗਲ ਪਾ ਕੇ ਲੈ ਕੇ ਆਏ ਜੀ ਵਾਪਸ। ਇਹ ਸਾਰੀਆਂ ਕੰਟਰੀਆਂ ਵਾਲਿਆਂ ਨਾਲ ਇੱਦਾਂ ਹੋਇਆ ਕਿ ਤੁਹਾਡੇ ਨਾਲ ਇਕੱਲੇ ਪੰਜਾਬ ਜਾ? ਇਹ ਜੀ ਉੱਥੋਂ ਲੈ ਜਾਂਦੇ ਆ ਜੀ, ਬਾਅਦ 'ਚ ਸਾਰਿਆਂ ਦੀ ਪਾਉਂਦੇ ਹੋਣੇ ਆ, ਅਤੇ ਐਂ ਇੱਕ ਕਮਰੇ 'ਚ ਬੰਦ ਕਰ ਦਿੰਦੇ ਆ। 15 ਦਿਨ ਇੱਕ ਕਮਰੇ 'ਚ ਹੀ ਬੰਦ ਰਹੇ। ਅਮਰੀਕਾ ਪਹੁੰਚਣ ਨੂੰ ਦਿਨ ਕਿੰਨੇ ਹੋਏ ਸੀ ਜਦੋਂ ਤੁਹਾਨੂੰ ਫੜ ਲਿਆ? 15 ਦਿਨ ਹੋ ਗਏ ਸੀਗੇ ਜੀ। ਕਿੱਥੋਂ ਅਰੈਸਟ ਕੀਤਾ? ਅਸੀਂ ਸੈਂਡੀਗੋ ਤੋਂ ਜੀ,
ਉੱਥੋਂ ਅਰੈਸਟ ਕੀਤਾ, ਕ੍ਰੋਸਿੰਗ ਕੀਤੀ ਹੈ ਬਾਰਡਰ ਜੀ। ਤੋਂ ਹਾਂਜੀ, ਬਾਰਡਰ ਤੋਂ ਜੀ। ਉੱਥੇ ਅਰੈਸਟ ਕੀਤਾ। ਹਾਂਜੀ ਇਹ ਬੇਰੁਜ਼ਗਾਰੀ ਹੀ ਕਰਕੇ ਹੀ ਗਏ ਸੀ ਤੁਸੀਂ? ਹਾਂਜੀ, ਕੰਮ ਦੇ ਕਰਕੇ ਹੀ ਮੈਂ ਗਿਆ ਸੀਗਾ ਜੀ। ਖਾਣ ਪੀਣ ਦਾ ਕਿੱਦਾਂ ਕੀਤਾ ਉਹਨਾਂ ਨੇ ਤੁਹਾਡਾ ਜਦੋਂ ਤੁਹਾਨੂੰ ਵੀਜ਼ੇ ਲਈ ਰੱਖਿਆ ਹੋਇਆ ਸੀਗਾ? ਖਾਣ ਪੀਣ ਜੀ, ਕਦੇ ਤਾਂ ਉਹ ਇੱਕ ਟਾਈਮ ਦੇ ਦਿੰਦੇ ਸੀਗੇ ਰੋਟੀ, ਕਦੇ ਨਹੀਂ ਦਿੰਦੇ ਜੀ, ਕਦੇ ਆਪਦੇ ਖਰਚੇ ਤੇ ਰਹੇ ਆ ਜੀ ਉੱਥੇ। ਸਰਕਾਰ ਤੋਂ ਕੋਈ ਨੌਕਰੀ ਦੀ ਆਸ ਨਹੀਂ? ਸਰਕਾਰ ਤੋਂ ਪਹਿਲਾਂ ਨੌਕਰੀ ਨਾ ਮਿਲਣ ਕਰਕੇ ਅਸੀਂ ਇਹ ਰਾਹ ਚੁਣਿਆ ਸੀਗਾ ਜੀ। ਕੁਆਲੀਫਿਕੇਸ਼ਨ ਕੀ ਸੀ? ਮੇਰੀ ਜੀ ITI ਕੀਤੀ ਹੋਈ ਹੈ ਜੀ, ਇਲੈਕਟ੍ਰੀਸ਼ੀਅਨ ਤੋਂ ਬਾਅਦ। ਹਾਂਜੀ ਮੰਗ ਕਰਦੇ ਹੋ ਨੌਕਰੀ? ਹਾਂਜੀ, ਨੌਕਰੀ ਦੀ ਮੰਗ ਕਰਦੇ ਹਾਂ। वहीं पंजाब विधानसभा के स्पीकर कुलतार सिंह संधवा ने पंजाब के युवाओं से अपील की है कि पक्के कागज और सही तरीके से ही अमेरिका जाएं, वरना आपकी मेहनत का पैसा बर्बाद हो जाएगा। इसके साथ ही उन्होंने फर्जी एजेंट्स पर भी कार्रवाई का भरोसा दिया। ਸੋ ਬਾਕੀ ਜਿਹੜੇ ਸਾਡੇ ਇੱਥੋਂ ਦੇ ਬੱਚੇ ਗਏ ਆ ਜਾਂ ਹੋਰ ਬੱਚੇ ਜਿਨ੍ਹਾਂ ਦੇ ਜਾਣ ਦੀ ਚਾਹ ਹੈ ਬਾਹਰ, ਕਿਉਂਕਿ ਪੰਜਾਬੀ ਤਾਂ ਪ੍ਰਵਾਸ ਕਰਦੇ ਹੀ ਰਹੇ ਆ, ਸ਼ੁਰੂਆਤ ਤੋਂ 200 ਸਾਲ ਤੋਂ ਪੰਜਾਬੀ ਪ੍ਰਵਾਸ ਕਰਦੇ ਰਹੇ ਆ। ਤਾਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਵੈਲਿਡ ਤਰੀਕੇ ਦੇ ਨਾਲ ਜਾਓ, ਗੈਰ ਕਾਨੂੰਨੀ ਤਰੀਕੇ ਨਾਲ ਜਾ ਕੇ ਆਪਾਂ ਆਪਦੇ ਪਰਿਵਾਰ ਦਾ ਨੁਕਸਾਨ ਕਰਦੇ ਆ, ਜਜ਼ਬਾਤੀ ਤੌਰ ਤੇ, ਇਮੋਸ਼ਨਲੀ, ਫਾਈਨੈਂਸ਼ੀਅਲੀ ਜ਼ਮੀਨਾਂ ਵੀ ਵੇਚੀ ਜਾਂਦੇ ਕਈ, ਔਰ ਜਿਹੜੇ ਆ ਗਏ ਆ ਉਹਨਾਂ ਦੀ ਸੇਵਾ ਲਈ ਅਸੀਂ ਹਮੇਸ਼ਾ ਤਤਪਰ ਆ। ਬਾਕੀ ਮਾਣਯੋਗ ਮੁੱਖ ਮੰਤਰੀ ਸਾਹਿਬ ਵੀ ਉਹਨਾਂ ਦੀ ਲੱਗੇ ਹੋਏ ਉਹਨਾਂ ਦੀ ਸੇਵਾ। उधर गुरप्रीत सिंह के परिवार ने भी बताया कि कैसे इंग्लैंड में बैठे एजेंट ने उनसे झूठ बोलकर पैसे ऐंठ लिए। 40 ਲੱਖ 'ਚ ਸੌਦਾ ਹੋਇਆ ਸੀਗਾ ਜੀ, ਤੇ ਅਸੀਂ ਪੇਮੈਂਟ ਦੇਣ ਜਾਂਦੇ ਰਹੇ ਹਾਂ। ਪਹਿਲਾਂ ਉਹਨੇ ਸਾਨੂੰ ਜਲੰਧਰ ਬੁਲਾਇਆ ਸੀਗਾ ਜੀ ਪੇਮੈਂਟ ਦੇਣ ਵਾਸਤੇ, ਤੇ ਜਦੋਂ ਅਸੀਂ ਜਲੰਧਰ ਪਹੁੰਚੇ ਰਾਤ ਨੂੰ, ਤੇ ਇਸ ਤੋਂ ਬਾਅਦ ਉਹਨਾਂ ਨੇ ਸਾਨੂੰ ਭੋਗਪੁਰ ਬੁਲਾ ਕੇ ਉੱਥੇ ਸਾਥੋਂ ਪੇਮੈਂਟ 3 ਵਾਰੀ 'ਚ ਲਈ ਹੈ ਜੀ। ਹਾਂਜੀ, ਤੇ ਕੀ ਇਹ ਪੇਮੈਂਟ ਇੱਕ ਨੰਬਰ 'ਚ ਭੇਜਣ ਦੀ ਸੀਗਾ ਜਾਂ ਫਲਾਈਟ ਰਾਹੀਂ ਸੀ ਜਾਂ? ਫਲਾਈਟ ਰਾਹੀਂ ਗੱਲ ਹੋਈ ਸਾਡੀ, ਇੱਕ ਨੰਬਰ ਦੇ ਵਿੱਚ ਫਲਾਈਟ ਰਾਹੀਂ ਇਹਨੂੰ ਭੇਜਿਆ ਜਾਵੇ। ਉਹ ਕਹਿੰਦੇ ਸੀਗੇ ਤੁਹਾਨੂੰ ਇਟਲੀ ਤੋਂ ਤੁਹਾਨੂੰ ਤੁਰਨਾ ਤਾਂ ਬਿਲਕੁਲ ਪੈਣਾ ਹੀ ਨਹੀਂਗਾ, ਜੋ ਵੀ ਕੰਟਰੀ ਦਾ ਹੋਊਗਾ ਉੱਥੇ ਭੇਜਾਂਗੇ, ਤੁਹਾਡੇ ਕੋਲ ਵੀਜ਼ਾ ਹੋਊਗਾ, ਸਹੀ ਇੱਕ ਨੰਬਰ ਦੇ ਵਿੱਚ ਕੰਮ ਹੋਊਗਾ। ਫਲਾਈਟ ਰਾਹੀਂ ਤੁਸੀਂ ਜਾਓਗੇ, ਫਲਾਈਟ ਰਾਹੀਂ ਹੀ ਉੱਥੇ ਜਾਓਗੇ, ITI ਦੀ ਬੇਸ ਤੇ ਤੁਹਾਨੂੰ ਉੱਥੇ ਵਰਕ ਪਰਮਿਟ ਵੀ USA ਦੇ ਵਿੱਚ ਮਿਲੂਗਾ। गुरप्रीत सिंह के बारे में गांव के लोग कहते हैं कि किस्मत ने कभी इनका साथ नहीं दिया। लगभग 10 साल पहले इन्होंने अपनी बड़ी बहन को इंग्लैंड में सेट कराने के लिए 20 लाख रुपए खर्च किए थे, लेकिन तब भी एजेंट्स ने उन्हें धोखा दे दिया था, जिसकी वजह से 2 महीने बाद ही उनकी बहन को वापस भारत लौटना पड़ा। और इस बार जब गुरप्रीत सिंह खुद 40 लाख रुपए खर्च करके विदेश गए तो भी उनके साथ धोखा हो गया। पंजाब के युवाओं से अपील यही है कि पूरी तरह से छानबीन करके ही अपनी मेहनत का पैसा किसी एजेंट को दें, वरना आपके साथ भी ऐसा धोखा हो सकता है। फरीदकोट से अंकुर कपूर, NDTV इंडिया। अगली खबर भी दर्द से भरी है, जो संगरूर से सामने आ रही है। दरअसल संगरूर में गरीबी और कर्ज 2 युवा किसानों के लिए काल बन गया। हालात ऐसे हो गए कि उन्हें अपनी जान देना ही सबसे आसान रास्ता नजर आया। संगरूर के गांव शाहपुर कला में 2 युवा किसानों के लिए कर्ज ही काल बन गया। दरअसल 24 साल के किसान लवप्रीत सिंह और 33 साल के जगरूप सिंह ने कर्ज के बोझ से परेशान होकर अपनी जान दे दी। जानकारी के मुताबिक 33 साल के जगरूप सिंह एक छोटे किसान थे। ऊपर से पिता की बीमारी और बहनों की शादी में काफ़ी पैसा लग गया, जिसकी वजह से उनके सिर पर छोटी सी उम्र में ही सरकारी और गैर सरकारी मिलाकर 15 लाख रुपए का कर्ज था, जिसे वे चुकाने में असमर्थ थे। इस वजह से वे लगातार परेशान रहते थे और इसी कारण उन्होंने सल्फास खाकर अपनी जान दे दी। ਇਹ ਥੋੜਾ ਜਿਹਾ ਕਰਜ਼ੇ ਦੇ ਵਿੱਚ ਹੀ ਜੂਝ ਰਿਹਾ ਸੀ ਕਾਫੀ ਚਿਰ ਤੋਂ, ਤੇ ਜਿਹੜਾ ਇਹਦਾ ਪਿਤਾ ਜੀ ਹੈ ਉਹ ਥੋੜਾ ਜਿਹਾ ਚਮੜੀ ਦੇ ਰੋਗਾਂ ਤੋਂ ਕਾਫੀ ਚਿਰ ਤੋਂ ਬਿਮਾਰ ਸੀਗਾ, ਉਹਦੇ ਤੇ ਵੀ ਕਾਫੀ ਪੈਸਾ ਖਰਚ ਹੁੰਦਾ ਰਿਹਾ। ਉਦੋਂ ਮਗਰੋਂ ਕਬੀਲਦਾਰੀ ਦੀ ਜ਼ਿੰਮੇਵਾਰੀ ਵੀ ਸਾਂਭ ਲਈ ਤੇ ਕਰਜ਼ੇ ਤੇ ਬੋਝ ਥੱਲੇ ਰਿਹਾ, ਕਾਫੀ ਭੈਣਾਂ ਪਿਆਈਆਂ, ਤੇ ਬਸ ਕਰਜ਼ੇ ਦੇ ਵਿੱਚ ਹੀ ਜੂਝ ਰਿਹਾ। ਹੁਣ ਉਹ 5-4 ਮਹੀਨਿਆਂ ਤੋਂ ਪਰੇਸ਼ਾਨ ਸੀ ਥੋੜਾ ਜਿਹਾ ਕਰਜ਼ੇ ਕਰ, ਇਸ ਲਈ ਹੋਈ ਕਾਫੀ ਕਰਜ਼ਾ ਸੀ, ਬੈਂਕਾਂ ਦਾ ਕਰਜ਼ਾ ਕਾਫੀ ਉਹਦੇ ਸਿਰ, ਲਿਮਟਾਂ ਨੇ ਆਪਦੇ ਡੈਡੀ ਦੀ ਵੀ ਲਿਮਟ ਹੈਗੀ ਹੈ ਜੀ, ਉਹਦੀ ਆਪਦੀ ਵੀ ਲਿਮਟ ਹੈਗੀ ਹੈ, ਆੜਤੀ ਦਾ ਕਾਫੀ ਕਰਜ਼ਾ ਹੈ। ਇਸ ਕਰਕੇ ਬਸ ਸਮਝਾਇਆ ਵੀ ਕਾਫੀ ਅਸੀਂ ਨੇ ਵੀ ਕੋਈ ਗੱਲ ਨਹੀਂ, ਜੋ ਕੁਛ ਹੋਇਆ ਆਪਾਂ ਕਰ, ਪਰ ਬਸ ਕੋਈ ਸਾਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ। ਬਸ ਸਾਨੂੰ ਇਸ ਗੱਲ ਦਾ ਮੌਕੇ 'ਤੇ ਪਤਾ ਲੱਗਿਆ ਵੀ ਜਦੋਂ ਕੋਈ ਆਪਾਣਾ ਬੀਤ ਗਿਆ ਸਾਨੂੰ। ਕਿੰਨਾ ਕੁ ਕਰਜ਼ਾ ਸੀ? ਕਰਜ਼ਾ ਉਹਦੇ ਪਿੰਡ ਲਗਭਗ ਹੋਊਗਾ ਜੀ 15 ਲੱਖ ਦਾ। वहीं मात्र 24 साल के लवप्रीत सिंह अपने पीछे छोटी बेटी छोड़ गए।
कर्ज के बोझ में दबने की वजह से वो अपने परिवार की जिम्मेदारी नहीं संभाल पा रहे थे। यही वजह रही कि उन्होंने अपनी जान दे दी। ਸਾਈਡ ਸੀਗੀ 6 ਮਹੀਨਿਆਂ ਦੀ ਗੁੜੀ ਹੈ ਜੀ ਉਹਦੇ ਕੋਲ, ਤੇ ਕਰਜ਼ਾ ਸੀ ਉਹਦੇ ਕੋਲ 4-5 ਲੱਖ ਦਾ ਹੋਊਗਾ ਜੀ। ਮੱਝਾਂ ਦੇ ਲੋਨ ਸੀਗਾ ਜੀ, ਤੇ ਇੱਕ ਲਿਮਟ ਖੜੀ ਸੀ ਜੀ, ਬਾਕੀ ਹੋਰ ਸੀ ਆਪਦੇ ਜੀ ਉਹਦੇ ਆੜਤੀ ਦੇ, ਤੇ ਪਿੱਛੇ ਆਪਦਾ ਪਰਿਵਾਰ ਛੱਡ ਕੇ ਜੀ ਉਹ ਬੱਚਾ ਉਹਦੀ ਗੁੜੀ ਹੈ ਜੀ ਇੱਕ ਬਾਕੀ ਤੇ ਜੇ ਜ਼ਮੀਨ ਦੀ ਗੱਲ ਕੀਤੀ ਜਾਵੇ ਕਿੰਨੀ ਕੁ ਜ਼ਮੀਨ ਹੈਗੀ ਹੈ, ਕਿਸ ਤਰ੍ਹਾਂ ਪਰਿਵਾਰ ਦਾ ਉਹ ਚੱਲ ਰਿਹਾ ਹੈਗਾ, ਰੋਜੀ ਰੋਟੀ ਕਿਵੇਂ ਚੱਲ ਰਹੀ ਹੈ? 4-5 ਕਨਾਲ ਨਾਮ ਸੀ ਉਹਦੇ, ਬਾਕੀ ਠੇਕੇ ਠੁਕੇ ਤੇ ਲੈ ਲੈਂਦੇ ਸੀ, ਥੋੜੀ ਬਹੁਤ ਉਵੇਂ ਕਰਦੇ ਸੀਗੇ ਜੀ। ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਤੁਸੀਂ? ਸਰਕਾਰ ਨੂੰ ਇਹ ਕਹਿੰਦੇ ਵੀ ਉਸੇ ਦਾ ਕਰਜ਼ਾ ਮਾਫ ਕੀਤਾ जावे भी, है ना, चलो ਉਹਦੇ ਬੱਚੇ ਦਾ जो ਵਧੀਆ ਭਵਿੱਖ ਅੱਗੇ ਨਿਕਲ सके जी, है ना। गांव शाहपुर कला में कर्ज से परेशान 2 युवा किसानों की आत्महत्या की खबर से सनसनी फैल गई। किसान यूनियन के नेताओं ने अब मृतकों के कर्ज को माफ करने और परिवार की आर्थिक मदद करने की अपील की है। ਅਸੀਂ ਕਹਿੰਦੇ ਵੀ ਜਿਹੜਾ ਉਹਦਾ ਕਰਜ਼ਾ ਆੜਤੀ ਦਾ ਕਰਜ਼ਾ ਹੈ ਤੇ ਸਰਕਾਰ ਦਾ ਕਰਜ਼ਾ ਹੈ, ਉਹਦੇ ਲਖੀਰ ਵੱਜੇ, ਉਹਨਾਂ ਦੇ ਪਰਿਵਾਰਾਂ ਨੂੰ ਸਹਾਇਤਾ ਦਿੱਤੀ ਜਾਵੇ, ਕਿਉਂਕਿ ਬੁਢੇਪੇ 'ਚ ਹੁਣ ਪਰਿਵਾਰ ਉਹ ਕਿੱਧਰ ਜਾਣਗੇ, ਕੀ ਕਰਨਗੇ। ਜਿਹੜੇ ਬੱਚੇ ਨੇ ਉਹਨਾਂ ਦੇ ਲਈ ਅਸੀਂ ਇਹ ਕਹਿ ਰਹੇ ਹਾਂ ਵੀ ਬੱਚਿਆਂ ਨੂੰ ਹੁਣ ਤੋਂ ਮੁੱਢਲੀ ਸਹਾਇਤਾ ਤੋਂ ਲਾ ਕੇ ਤੁਹਾਡੀ ਤੋਂ ਸਹਾਇਤਾ, ਉਹਨਾਂ ਨੂੰ ਪੜ੍ਹਾਈ ਦੀ ਸਹਾਇਤਾ ਦਿੱਤੀ ਜਾਵੇ, ਇਹਨਾਂ ਦੇ ਕਰਜ਼ੇ ਮਾਫ ਹੋਣ ਤਾਂ ਸਰਕਾਰਾਂ ਦਾ ਅਸੀਂ ਧੰਨਵਾਦ ਕਰਾਂਗੇ। ਸਾਡੇ ਪਿੰਡ ਜੀ 2 ਦਰਦਨਾਕ ਹਾਦਸੇ ਹੋਏ ਨੇ, ਇੱਕ ਜਗਰੂਪ ਸਿੰਘ, ਇੱਕ ਲਵਪ੍ਰੀਤ ਸਿੰਘ, ਦੋਹੇ ਕਰਜ਼ੇ ਦੀ ਮਾਰ ਆ ਕੇ ਕਰਜ਼ੇ ਤੋਂ ਹਰ ਵਕਤ ਪਰੇਸ਼ਾਨ ਰਹਿੰਦੇ ਸੀ, ਤਾਂ ਇਹਨਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਵੀ ਜੋ ਇਹਨਾਂ ਸਿਰ ਕਰਜ਼ਾ ਜਾਂ ਜਵਾਕਾਂ ਦੀ ਪੜ੍ਹਾਈ ਦਾ ਉਹ ਸਰਕਾਰ ਚੱਕੇ ਕਦਮ ਉਹ ਕਰੇ ਵੀ ਤਾਂ ਜੋ ਅੱਗੇ ਤੋਂ ਤਾਂ ਪਰਿਵਾਰ ਨੂੰ ਕੋਈ परेशानी ना आवे। संगरूर में कर्ज की वजह से 2 परिवार उजड़ गए। अब पंजाब सरकार से पीड़ित परिवार की मांग यही है कि उनके ऊपर चढ़ा कर्ज माफ किया जाए, ताकि पीड़ित परिवार अपनी बची हुई जिंदगी थोड़ी आसानी से जी सके। संगरूर से अंकुर कपूर, NDTV इंडिया। पंजाब के संगरूर में ड्यूटी पर तैनात SSF जवान हर्षवर्धन सिंह शहीद हो गए थे, जिसके बाद CM भगवंत मान ने उनके परिवार से मिलकर उन्हें 1 करोड़ रुपए की आर्थिक मदद दी। पंजाब की भगवंत मान सरकार ड्यूटी के दौरान शहीद होने वाले जवान के परिवार को 1 करोड़ रुपए की आर्थिक मदद देती है। इसी कड़ी में पंजाब के CM भगवंत मान संगरूर जिले के भवानीगढ़ शहर में पहुंचे, जहां उन्होंने शहीद जवान हर्षवीर सिंह के परिवार से मुलाकात कर 1 करोड़ रुपए का चेक दिया। बड़ा मंदभागा घटना वापरी जी। SSF ਦੇ ਵਿੱਚ ਮੁੰਡਾ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਤੇ ਸਾਡੀ ਪਾਲਿਸੀ ਹੈ ਪੰਜਾਬ ਸਰਕਾਰ ਦੀ ਕਿ ਡਿਊਟੀ ਦੌਰਾਨ ਜੇ ਸਾਡਾ ਪੰਜਾਬ ਪੁਲਿਸ ਦਾ ਮੁਲਾਜ਼ਮ ਕੋਈ ਸ਼ਹੀਦ ਹੁੰਦਾ ਤਾਂ 1 ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ ਤੇ 1 ਕਰੋੜ ਰੁਪਏ HDFC ਵੱਲੋਂ, ਬੈਂਕ ਵੱਲੋਂ, ਕਿਉਂਕਿ ਉਹਨਾਂ ਦੀ ਜਿਹੜੀ ਸੈਲਰੀ ਆ ਉਹ HDFC ਦੇ ਥਰੂ ਆਉਂਦੀ ਹੈ। ਸੋ ਅੱਜ ਉਹਨੂੰ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਏ ਦਾ ਜਿਹੜਾ HDFC ਵਾਲਾ ਪਹਿਲਾਂ ਮਿਲ ਗਿਆ ਉਹਨਾਂ ਨੂੰ, ਤੇ ਅੱਜ ਪੰਜਾਬ ਸਰਕਾਰ ਵਾਲਾ ਜਿਹੜਾ 1 ਕਰੋੜ ਰੁਪਏ ਉਹ ਅਸੀਂ ਦੇ ਕੇ ਜਾਵਾਂਗੇ। ਇਹਦੇ ਨਾਲ ਦੇਖੋ ਜਾਨ ਤਾਂ ਵਾਪਸ ਨਹੀਂ ਆ ਸਕਦੀ, ਜਾਨ ਦੀ ਤਾਂ ਕੋਈ ਕੀਮਤ ਨਹੀਂ ਹੁੰਦੀ, ਪਰ ਇਹ ਚਲੋ ਆਰਥਿਕ ਤੌਰ ਤੇ ਪਰਿਵਾਰ ਜਿਹੜਾ ਉਹਨੂੰ ਬਾਅਦ ਚ ਰੋਲਣਾ ਨਹੀਂ ਪੈਂਦਾ, ਧੱਕੇ ਨਹੀਂ ਖਾਣੇ ਪੈਂਦੇ। ਸੋ ਅਸੀਂ ਮੈਂ ਘਰ ਜਾ ਕੇ पंजाब के मुख्यमंत्री भगवंत मान ने बताया कि सरकार की पॉलिसी के मुताबिक शहीद के परिवार को सरकार की तरफ से 1 करोड़ रुपए की आर्थिक मदद दी जाती है। साथ ही 1 करोड़ रुपए HDFC बैंक की तरफ से भी दिए जाते हैं, जिसमें सभी की सैलरी आती है, यानी परिवार को 2 करोड़ रुपए की आर्थिक मदद मिलती है। CM भगवंत मान ने खुद कहा कि जान की तो कोई कीमत नहीं होती, पर इससे परिवार को आर्थिक तौर पर थोड़ी मदद मिलती है। CM भगवंत मान ने पीड़ित परिवार से मुलाकात की जानकारी अपने X अकाउंट से भी दी। CM मान ने लिखा, संगरूर जिले के भवानीगढ़ के SSF के जवान हर्षवीर सिंह, जो कि पिछले दिनों ड्यूटी करते हुए शहीद हो गए थे, आज शहीद जवान के घर पहुंचकर परिवार के साथ दुख साझा किया और जवान को श्रद्धांजलि अर्पित की। सरकार के वादे के अनुसार सहायता राशि के रूप में 1 करोड़ रुपए का चेक परिवार को सौंपा। भविष्य में भी हर संभव मदद और सहयोग का भरोसा दिया। बता दें कि पिछले महीने जनवरी में ड्यूटी पर तैनात SSF जवान हर्षवीर सिंह की भवानीगढ़ के बालत कैचिया के पास सड़क हादसे में जान चली गई थी, जिसके बाद CM भगवंत मान ने शहीद के परिवार के साथ मुलाकात की और 1 करोड़ रुपए की सहायता राशि का चेक दिया। संगरूर से अंकुर कपूर, NDTV इंडिया। अब आपको पंजाब की मिट्टी से जुड़ी एक ऐसी बेटी की कहानी दिखाते हैं जिन्हें मलेशिया में कोई सुपर पैसेंजर कहता है तो कोई सुपर मॉम। नाम है रेचल कौर, जो रोजाना फ्लाइट से 600 किलोमीटर का सफ़र तय करके ऑफिस जाती हैं और रात को घर भी वापस आ जाती हैं।
उनकी कहानी को हमने यूट्यूब पर अलग से भी दिखाया था। आज वही कहानी आपको NRI पंजाब स्पेशल शो में भी दिखा रहे हैं, क्योंकि आखिर उनकी जड़ें तो पंजाब से है ना। आप अपने घर से ऑफिस कैसे जाते हैं? कार से, ऑफिस की शटल से, पब्लिक ट्रांसपोर्ट से या फिर ट्रेन से? अच्छा, ये सवाल छोड़िए, आपका ऑफिस आपके घर से कितना दूर है? 50 किलोमीटर, 100 किलोमीटर, 200 किलोमीटर? अब आप सोच रहे होंगे कि भाई मैं ऐसे सवाल क्यों पूछ रहा हूँ। दरअसल आज की कुछ खबर ही ऐसी है कि हम ऐसे सवाल करने को मजबूर हो गए। नमस्ते, मैं हूं असीम और आप देख रहे हैं NDTV इंडिया। मलेशिया में भारतीय मूल की एक महिला को लोगों ने नाम दिया है सुपर पैसेंजर। उनका नाम है रेचल कौर, जो डेली फ्लाइट से ऑफिस आती जाती हैं और रोजाना 600 किलोमीटर का हवाई सफर एक साइड से तय करती हैं। ऐसा वो सिर्फ इसलिए करती हैं ताकि वो अपना ऑफिस और घर दोनों अच्छे से मैनेज कर पाएं, अपने बच्चों के साथ वक्त बिता पाएं। और बड़ी बात यह कि वो रोजाना फ्लाइट से ट्रेवल करने के बाद भी अपनी सैलरी से मोटी रकम बचा लेती हैं। कैसे, आइए जानते हैं। रेचल कौर मलेशिया में पेनांग राज्य से रोजाना 600 किलोमीटर ट्रेवल करके कुआलालंपुर पहुंचती हैं। वहां दफ्तर में काम करने के बाद रात को फिर से घर लौट आती हैं। वो बच्चों के साथ समय बिताने और उनकी पढ़ाई में मदद करती हैं। रेचल कौर बताती हैं कि ऐसा वो सिर्फ अपने दोनों बच्चों के लिए ही करती हैं। एक YouTube चैनल ने रेचल कौर को कवर किया और फिर पता चला कि वो रोज सुबह 4 बजे या फिर 4:15 बजे तक उठ जाती हैं। फिर नहा धोकर तैयार हो जाती हैं और सुबह 5 बजे मलेशिया के पेनांग शहर से कुआलालंपुर जाने की उनकी जर्नी शुरू हो जाती है। रेचल कौर के मुताबिक वो सुबह 5 बजे अपना घर छोड़ देती हैं और एयरपोर्ट की तरफ अपनी गाड़ी से निकल जाती हैं। सुबह 5:55 बजे बोर्डिंग टाइम होता है, इसलिए उन्हें अपनी कार पार्क करने, जूते पहनने, वहां तक चलकर जाने, बोर्डिंग करने, फ्लाइट में चेक इन करने, बैठने, सबके लिए बहुत समय मिल जाता है। फिर उड़ान में आमतौर पर आधे घंटे से 40 मिनट का वक्त लगता है, जिसके बाद वो सुबह 7:45 बजे के आसपास अपने दफ्तर पहुंच जाती हैं। जबकि उनकी रिपोर्टिंग टाइमिंग 9 बजे की है, लेकिन वो पहले ही ऑफिस पहुंचकर काम में लग जाती हैं। इसके बाद वो शाम में ऑफिस से फ्री होकर रात 8 बजे तक अपने घर वापस लौट जाती हैं। ये सफर डेली चलता है, इसलिए उन्हें मलेशिया के लोग सुपर यात्री यानी सुपर पैसेंजर कहकर पुकारते हैं। अब सवाल है कि रेचल इतना ट्रेवल क्यों करती हैं? अपनी फैमिली के साथ कुआलालंपुर में ही शिफ्ट क्यों नहीं हो जाती? तो रेचल बताती हैं कि कुआलालंपुर में रहना काफी महंगा है, कॉस्टली पड़ता है। कुआलालंपुर में रहने से ज्यादा उन्हें प्लेन से डेली सफर करना पॉकेट फ्रेंडली लगता है। रेचल बताती हैं कि स्टार्टिंग में उन्होंने परिवार से दूर कुआलालंपुर में अकेले रहने का फैसला किया था और वीकेंड पर अपनी फैमिली के पास जाती थीं, लेकिन कुआलालंपुर में रहना उनको काफी महंगा पड़ा। वो किराए पर रहती थीं और औसतन हर महीने $474 खर्च करती थीं। लेकिन अब जब वो डेली फ्लाइट से आना जाना करती हैं तो भी उनके हर महीने $316 खर्च होते हैं। एयरपोर्ट से ऑफिस तक पैदल जाने में उन्हें 5 से 7 मिनट का वक्त लगता है, वो भी वॉकिंग। यानी फ्लाइट के किराए के अलावा कोई पैसा उनका नहीं लगता, मतलब उनका पैसा भी बचता है। हालांकि इस सेविंग्स के पीछे उनकी कंपनी का भी बड़ा योगदान है, क्योंकि भारतीय मूल की रेचल कौर एयर एशिया एयरलाइंस में काम करती हैं। वैसे तो डेली फ्लाइट का खर्च उन्हें अपनी जेब से ही भरना पड़ता है, लेकिन एयरलाइंस कंपनी में काम करने की वजह से उन्हें काफ़ी डिस्काउंट मिलता है, जिसका वो भरपूर फ़ायदा उठाती हैं। इसलिए वो रोजाना फ्लाइट से ट्रैवल भी कर पाती हैं, पैसे भी बचा पाती हैं और अपने परिवार को वक्त भी दे पाती हैं। रेचल बताती हैं कि इस अरेंजमेंट की मदद से वो रोजाना वापस अपने परिवार तक पहुंच जाती हैं और बच्चों के साथ रात को समय बिताती हैं, उनकी पढ़ाई पर फोकस करती हैं, उनका होमवर्क करवाती हैं। रेचल के मुताबिक उनकी 2 बेटियां हैं, बड़ी बेटी 12 साल की जबकि छोटी बेटी की उम्र 11 साल है। दोनों बच्चियां बड़ी हो रही हैं, ऐसे में माँ का बच्चों के पास होना बहुत ज़रूरी है। इसी सोच की वजह से रेचल इतना ज़्यादा दिन भर ट्रैवल करती हैं। अपने घर और ऑफिस को एक साथ मैनेज करने वाली इस माँ की कहानी सुनकर लोग दंग हैं। रेचल कौर की ये कहानी वाकई उन सभी महिलाओं को हिम्मत देने वाली है जो अपने परिवार के लिए हर दिन अपने आराम, अपनी सहूलियत का त्याग करती हैं। तो ये थी कहानी भारतवंशी रेचल कौर की। NDTV के NRI पंजाब स्पेशल शो में आज के लिए इतना ही। पंजाब की हर बड़ी और अहम खबर के लिए आप देखते रहें NDTV इंडिया। सत श्री अकाल।